ਪਿਛਲੀ ਵੀਡੀਓ ਵਿੱਚ ਤੁਸੀਂ ਇਹ ਜਾਣ ਚੁੱਕੇ ਹੋ ਕਿ ਜੇਕਰ ਦੋ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦੀ ਲੰਬਾਈ ਆਪਸ ਵਿੱਚ ਬਰਾਬਰ ਹੋਵੇ ਤਾਂ ਉਹ ਦੋਨੋਂ ਹੀ ਤ੍ਰਿਭੁਜਾਂ SSS ਕਸੌਟੀ ਦੇ ਅਨੁਸਾਰ ਸਰਵੰਗ ਸਮ ਹੁੰਦੀਆਂ ਹਨ। ਦੋਨੋਂ ਹੀ ਤਿਕੋਣਾਂ ਸਰਵੰਗ ਸਮ ਹੁੰਦੀਆਂ ਹਨ। ਇੱਥੇ ਮੈਂ ਤੁਹਾਨੂੰ ਥੋੜਾ ਸਵੇ ਸਿੱਧ ਅਤੇ ਮੂਲ ਧਾਰਨਾ ਬਾਰੇ ਵੀ ਦੱਸਾਂਗਾ, ਕਿਉਂਕਿ ਕਦੇ-ਕਦੇ ਤੁਸੀਂ ਇਸ ਨੂੰ SSS ਥਿਊਰਮ ਸੁਣਦੇ ਹੋ, ਇਸ ਨੂੰ SSS ਥਿਊਰਮ ਸੁਣਦੇ ਹੋ, ਥਿਊਰਮ ਸੁਣਦੇ ਹੋ ਅਤੇ ਕਦੇ-ਕਦੇ ਤੁਸੀਂ ਇਸ ਨੂੰ SSS ਸਵੇ ਸਿੱਧ ਸੁਣਦੇ ਹੋ, ਸਵੇ ਸਿੱਧ ਸੁਣਦੇ ਹੋ, ਜਿਸ ਨੂੰ ਅਸੀਂ ਜਾਂ ਮੂਲ ਧਾਰਨਾ ਵੀ ਆਖਦੇ ਹਾਂ, ਮੂਲ ਧਾਰਨਾ। ਸੋ ਤੁਹਾਡੀ ਇਹ ਕਨਫਿਊਜ਼ਨ ਦੂਰ ਕਰਨੀ ਬੜੀ ਜ਼ਰੂਰੀ ਹੈ। ਅਸਲ ਵਿੱਚ ਸਵੇ ਸਿੱਧ ਜਾਂ ਮੂਲ ਧਾਰਨਾ, ਜਿਸ ਨੂੰ ਐਕਸੀਅਮ ਜਾਂ ਪੋਸਟੂਲੇਟ ਕਿਹਾ ਜਾਂਦਾ ਹੈ, ਇਹ ਕੁਝ ਕਲਪਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸੱਚ ਮੰਨ ਲਿਆ ਜਾਂਦਾ ਹੈ। ਥਿਊਰਮ ਉਹ ਧਾਰਨਾ ਹੁੰਦੀ ਹੈ ਜਿਸ ਵਿੱਚ ਕੁਝ ਸਿੱਧ ਕੀਤਾ ਜਾਂਦਾ ਹੈ। ਥਿਊਰਮ ਨੂੰ ਸਿੱਧ ਕਰਨ ਦੇ ਲਈ ਅਸੀਂ ਸਵੇ ਸਿੱਧ ਜਾਂ ਮੂਲ ਧਾਰਨਾਵਾਂ ਦੀ ਵਰਤੋਂ ਕਰਦੇ ਹਾਂ। ਸੋ ਗਣਿਤ ਵਿੱਚ ਅਸੀਂ ਕੁਝ ਸਵੇ ਸਿੱਧ ਲੈ ਕੇ ਚੱਲਦੇ ਹਾਂ। ਤੁਸੀਂ ਮੰਨ ਲਓ ਕਿ ਇਹ ਕੁਝ ਸਾਡੇ ਕੋਲ ਸਵੇ ਸਿੱਧ ਹਨ, ਇਹ ਸਾਡੇ ਕੋਲ ਸਵੈ ਸਿੱਧ ਹਨ, ਸਵੈ ਸਿੱਧ ਜਾਂ ਮੂਲ ਧਾਰਨਾਵਾਂ, ਮੂਲ ਧਾਰਨਾਵਾਂ। ਇਹ ਸਾਡੇ ਕੋਲ ਕੁਝ ਸਵੇ ਸਿੱਧ ਜਾਂ ਮੂਲ ਧਾਰਨਾਵਾਂ ਹਨ। ਹੁਣ ਅਸੀਂ ਇਹਨਾਂ ਦੀ ਵਰਤੋਂ ਕਰਕੇ ਕਿਸੇ ਵੀ ਥਿਊਰਮ ਨੂੰ ਸਿੱਧ ਕਰ ਸਕਦੇ ਹਾਂ। ਅਸੀਂ ਮੰਨ ਲੈਂਦੇ ਹਾਂ ਕਿ ਅਸੀਂ ਇਸ ਸਵੇ ਸਿੱਧ ਨੂੰ ਲਿਆ ਅਤੇ ਅਸੀਂ ਇੱਕ ਥਿਊਰਮ ਸਿੱਧ ਕਰ ਦਿੱਤੀ, ਅਤੇ ਫਿਰ ਇਸ ਥਿਊਰਮ ਅਤੇ ਇਸ ਦੂਜੀ ਸਵੇ ਸਿੱਧ ਨੂੰ ਲੈ ਕੇ ਇੱਕ ਹੋਰ ਥਿਊਰਮ ਸਿੱਧ ਕਰ ਦਿੱਤੀ। ਫਿਰ ਇਹਨਾਂ ਦੋਨਾਂ ਥਿਊਰਮਾਂ ਦੀ ਵਰਤੋਂ ਕਰਕੇ ਇੱਕ ਹੋਰ ਥਿਊਰਮ ਸਿੱਧ ਕਰ ਦਿੱਤੀ। ਇਸੇ ਤਰ੍ਹਾਂ ਅਸੀਂ ਇਸ ਸਵੇ ਸਿੱਧ ਦੀ ਵਰਤੋਂ ਕਰਕੇ ਇੱਕ ਥਿਊਰਮ ਸਿੱਧ ਕੀਤੀ, ਅਤੇ ਫਿਰ ਇਸ ਥਿਊਰਮ ਅਤੇ ਇਸ ਥਿਊਰਮ ਦੋਨਾਂ ਦੀ ਵਰਤੋਂ ਕਰਕੇ ਇੱਕ ਹੋਰ ਥਿਊਰਮ ਸਿੱਧ ਕਰ ਦਿੱਤੀ। ਇਸ ਤਰ੍ਹਾਂ ਅਸੀਂ ਇਸ ਗਿਆਨ ਦੀ ਵਰਤੋਂ ਕਰਦੇ ਹੋਏ ਗਣਿਤ ਨੂੰ ਅੱਗੇ ਵਧਾਉਂਦੇ ਜਾਂਦੇ ਹਾਂ। ਹੁਣ ਅੱਗੀ ਗੱਲ ਇਹ ਹੈ ਕਿ ਜਿਓਮੈਟਰੀ ਪੜ੍ਹਦੇ ਸਮੇਂ ਅਸੀਂ ਇਸ SSS ਕਸੌਟੀ ਨੂੰ ਸਿੱਧ ਨਹੀਂ ਕਰਦੇ, ਅਸੀਂ ਇਸ ਨੂੰ ਦਿੱਤਾ ਹੋਇਆ ਜਾਂ ਸਵੇ ਸਿੱਧ ਹੀ ਮੰਨ ਕੇ ਚੱਲਦੇ ਹਾਂ। ਸੋ ਇੱਥੇ ਤੁਹਾਨੂੰ ਇਹ ਦੱਸਣ ਦਾ ਮੇਰਾ ਕੇਵਲ ਇਹੀ ਮਕਸਦ ਸੀ ਕਿ ਤੁਹਾਨੂੰ ਸਵੈ ਸਿੱਧ ਅਤੇ ਥਿਊਰਮ ਇਹਨਾਂ ਦੋਨਾਂ ਦੇ ਵਿਚਕਾਰ ਦਾ ਫਰਕ ਪਤਾ ਲੱਗ ਜਾਵੇ, ਕਿਉਂਕਿ ਕੁਝ ਕਿਤਾਬਾਂ ਦੇ ਵਿੱਚ ਇਸ ਨੂੰ SSS ਥਿਊਰਮ ਲਿਖਿਆ ਹੁੰਦਾ ਹੈ ਅਤੇ ਕੁਝ ਕਿਤਾਬਾਂ ਦੇ ਵਿੱਚ ਇਸ ਨੂੰ SSS ਸਵੇ ਸਿੱਧ ਲਿਖਿਆ ਹੁੰਦਾ ਹੈ। ਆਓ ਹੁਣ ਅੱਗੇ ਵਧਦੇ ਹਾਂ। ਅਸੀਂ ਇਸ ਨੂੰ ਸੱਚ ਮੰਨ ਕੇ ਅੱਗੇ ਕੁਝ ਹੋਰ ਸਿੱਧ ਕਰਦੇ ਹਾਂ। ਆਓ ਇੱਕ ਚੱਕਰ ਲੈਂਦੇ ਹਾਂ ਜਿਸ ਦੇ ਬਾਰੇ ਅਸੀਂ ਪਹਿਲਾਂ ਹੀ ਕਾਫੀ ਕੁਝ ਜਾਣਦੇ ਹਾਂ। ਇੱਥੇ ਅਸੀਂ ਇੱਕ ਚੱਕਰ ਲੈ ਲੈਂਦੇ ਹਾਂ ਅਤੇ ਮੰਨ ਲੈਂਦੇ ਹਾਂ ਕਿ ਇਹ ਬਿੰਦੂ A ਇਸ ਦਾ ਕੇਂਦਰ ਹੈ, ਅਤੇ ਫਿਰ ਇਸ ਦੀ ਇੱਕ ਜੀਵਾ ਬਣਾ ਲੈਂਦੇ ਹਾਂ ਜੋ ਕਿ ਇਸ ਚੱਕਰ ਦਾ ਵਿਆਸ ਨਹੀਂ ਹੈ। ਅਸੀਂ ਇੱਥੇ ਦੋ ਬਿੰਦੂ ਲੈਂਦੇ ਹਾਂ ਅਤੇ ਇਹਨਾਂ ਨੂੰ ਮਿਲਾ ਕੇ ਇੱਕ ਜੀਵਾ ਖਿੱਚ ਲੈਂਦੇ ਹਾਂ। ਹੁਣ ਇਹ ਚੱਕਰ ਦੀ ਇੱਕ ਜੀਵਾ ਹੈ। ਹੁਣ ਅੱਗੇ ਅਸੀਂ ਇਸ ਬਿੰਦੂ A ਤੋਂ, ਜੋ ਕਿ ਚੱਕਰ ਦਾ ਕੇਂਦਰ ਹੈ, ਇਸ ਤੋਂ ਇੱਕ ਰੇਖਾ ਖਿੱਚਦੇ ਹਾਂ ਜੋ ਕਿ ਇਸ ਜੀਵਾ ਨੂੰ ਸਮਦੋਭਾਜਿਤ ਕਰਦੀ ਹੈ। ਹੁਣ ਇਸ ਦਾ ਅੱਧ ਕਰਦੀ ਹੋਈ ਇੱਥੇ ਆਪਾਂ ਦੇਖ ਲੈਂਦੇ ਹਾਂ, ਇੱਥੇ ਅੱਧ ਕਰਦੀ ਹੋਈ ਇੱਕ ਰੇਖਾ ਖਿੱਚ ਦਿੰਦੇ ਹਾਂ। ਅਸੀਂ ਇੱਕ ਰੇਖਾ ਖਿੱਚ ਦਿੱਤੀ ਜੋ ਕਿ ਚੱਕਰ ਨੂੰ ਮਿਲ ਜਾਂਦੀ ਹੈ। ਹੁਣ ਇੱਥੇ ਕਿਉਂਕਿ ਇਹ ਰੇਖਾ ਇਸ ਜੀਵਾ ਨੂੰ ਸਮਦੋਭਾਜਿਤ ਕਰਦੀ ਹੈ, ਤਾਂ ਇਸ ਤੋਂ ਭਾਵ ਹੋਇਆ ਕਿ ਜੋ ਇਹ ਭਾਗ ਹੈ, ਇੱਥੇ ਤੋਂ ਇੱਥੇ ਤੱਕ ਦਾ ਭਾਗ, ਇਹ ਇਸ ਭਾਗ ਦੇ ਬਰਾਬਰ ਹੈ। ਇਹ ਦੋਨਾਂ ਦੀ ਲੰਬਾਈ ਆਪਸ ਦੇ ਵਿੱਚ ਬਰਾਬਰ ਹੈ। ਹੁਣ ਇੱਥੇ ਅਸੀਂ ਇਹ ਸਿੱਧ ਕਰਨਾ ਹੈ ਕਿ ਇਹ ਰੇਖਾ ਇਸ ਜੀਵਾ ਨੂੰ ਜੋ ਸਮਦੋਭਾਜਿਤ ਕਰਦੀ ਹੈ, ਅਤੇ ਨਾਲ ਹੀ ਅਸੀਂ ਸਿੱਧ ਕਰਨਾ ਹੈ ਕਿ ਇਹ ਰੇਖਾ ਅਤੇ ਜੀਵਾ ਆਪਸ ਦੇ ਵਿੱਚ ਲੰਬ ਹਨ। ਹੁਣ ਅਸੀਂ ਸਿੱਧ ਕਰਨਾ ਹੈ ਕਿ ਦੋਨੋਂ ਹੀ ਆਪਸ ਦੇ ਵਿੱਚ ਲੰਬ ਹਨ। ਅਸੀਂ ਇੱਥੇ ਇਹਨਾਂ ਬਿੰਦੂਆਂ ਦੇ ਨਾਂ ਲਿਖ ਲੈਂਦੇ ਹਾਂ, B, C ਅਤੇ D। ਤਾਂ ਇੱਥੇ ਅਸੀਂ ਸਿੱਧ ਕਰਨੀ ਹੈ ਕਿ ਰੇਖਾਖੰਡ AB ਲੰਬ ਹੈ ਦੂਜੀ ਰੇਖਾਖੰਡ CD ਤੇ। ਇਹ ਅਸੀਂ ਸਿੱਧ ਕਰਨਾ ਹੈ। ਹੁਣ ਇਸ ਨੂੰ ਸਿੱਧ ਕਰਨ ਦੇ ਲਈ ਅਸੀਂ SSS ਸਰਵੰਗ ਸਮਤਾ ਕਸੌਟੀ ਦੀ ਵਰਤੋਂ ਕਰਾਂਗੇ। ਹੁਣ ਤੁਸੀਂ ਦੇਖਦੇ ਹੋ ਕਿ ਇੱਥੇ ਤਾਂ ਕੋਈ ਤ੍ਰਿਭੁਜ ਨਹੀਂ ਹੈ, ਕਿਉਂਕਿ ਸਰਵੰਗ ਸਮਤਾ ਤਾਂ ਤ੍ਰਿਭੁਜਾਂ 'ਤੇ ਹੀ ਲਾਗੂ ਹੁੰਦੀ ਹੈ। ਪਰ ਇੱਥੇ ਅਸੀਂ ਇਹਨਾਂ ਬਿੰਦੂਆਂ ਨੂੰ ਮਿਲਾ ਕੇ ਤ੍ਰਿਭੁਜ ਦੀ ਰਚਨਾ ਕਰ ਲੈਂਦੇ ਹਾਂ। ਹੁਣ ਇੱਥੇ ਮੈਂ ਕੇਂਦਰ O ਨੂੰ ਇਸ ਚੱਕਰ ਤੇ ਬਿੰਦੂ D ਨਾਲ ਮਿਲਾਇਆ, ਜੋ ਕਿ ਇਸ ਚੱਕਰ ਦਾ ਅਰਧ ਵਿਆਸ ਹੈ, ਤਾਂ ਇਸ ਤਰ੍ਹਾਂ ਇੱਕ ਤ੍ਰਿਭੁਜ ਬਣ ਗਈ। ਇਸੇ ਤਰ੍ਹਾਂ ਹੀ ਦੂਜੇ ਪਾਸੇ ਇਸ ਬਿੰਦੂ ਨੂੰ C ਦੇ ਨਾਲ ਮਿਲਾ ਕੇ ਦੂਜੀ ਤ੍ਰਿਭੁਜ ਬਣ ਗਈ। ਇਸ ਤਰ੍ਹਾਂ ਸਾਡੇ ਕੋਲ ਦੋ ਤ੍ਰਿਭੁਜਾਂ ਬਣ ਗਈਆਂ। ਹੁਣ ਇਹਨਾਂ ਦੋਨਾਂ ਤ੍ਰਿਭੁਜਾਂ ਦੇ ਵਿੱਚ ਜੋ ਇਹ ਭੁਜਾ ਹੈ AC
ਇਸ ਦੀ ਲੰਬਾਈ ਦੂਜੀ ਤ੍ਰਿਭੁਜ ਦੀ ਇਸ ਭੁਜਾ AD ਦੇ ਬਰਾਬਰ ਹੈ, ਕਿਉਂਕਿ ਦੋਨੋਂ ਹੀ ਇਸ ਚੱਕਰ ਦੇ ਅਰਧ ਵਿਆਸ ਹਨ ਅਤੇ ਸਾਨੂੰ ਪਤਾ ਹੈ ਕਿ ਇੱਕ ਚੱਕਰ ਦੇ ਸਾਰੇ ਅਰਧ ਵਿਆਸਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਹੁਣ ਅੱਗੇ ਅਸੀਂ ਇੱਥੇ ਲੈ ਲੈਂਦੇ ਹਾਂ ਕਿ ਦੋਨੋਂ ਹੀ ਬਿੰਦੂ E ਤੇ ਕੱਟਦੇ ਹਨ। AB ਅਤੇ CD ਬਿੰਦੂ E ਤੇ ਕੱਟਦੇ ਹਨ। ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਭੁਜਾ AE ਇਹ ਦੋਨੋਂ ਹੀ ਤ੍ਰਿਭੁਜਾਂ ਦੀ ਸਾਂਝੀ ਭੁਜਾ ਹੈ। ਇੱਥੇ ਸਾਡੇ ਕੋਲ ਇੱਕ ਤ੍ਰਿਭੁਜ A ਹੈ ਜੋ ਖੱਬੇ ਪਾਸੇ ਹੈ ਅਤੇ ਦੂਜੀ ਤ੍ਰਿਭੁਜ A ਹੈ ਜੋ ਸੱਜੇ ਪਾਸੇ ਹੈ, ਅਤੇ ਅਸੀਂ ਦੇਖਦੇ ਹਾਂ ਕਿ AE ਇਹਨਾਂ ਦੋਨਾਂ ਤ੍ਰਿਭੁਜਾਂ ਦੀ ਸਾਂਝੀ ਭੁਜਾ ਹੈ। ਤਾਂ ਇਹ ਸਾਡੇ ਕੋਲ ਦੋਨਾਂ ਤ੍ਰਿਭੁਜਾਂ ਦੀ ਸਾਂਝੀ ਭੁਜਾ ਹੈ ਜਿਸ ਦੀ ਲੰਬਾਈ ਦੋਨਾਂ ਤ੍ਰਿਭੁਜਾਂ ਦੇ ਲਈ ਬਰਾਬਰ ਹੈ। ਤਾਂ ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਦੋਨੋਂ ਹੀ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦੀ ਲੰਬਾਈ ਬਰਾਬਰ ਹੈ। ਹੁਣ ਇੱਥੇ ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ, ਇਸ ਭੁਜਾ ਦੀ ਲੰਬਾਈ ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ, ਅਤੇ AE ਜੋ ਵਿਚਕਾਰ ਭੁਜਾ ਹੈ ਸਾਂਝੀ ਭੁਜਾ ਹੈ ਉਸ ਦੀ ਲੰਬਾਈ ਆਪਣੇ ਆਪ ਨਾਲ ਬਰਾਬਰ ਹੈ। ਇਸ ਲਈ ਇੱਥੇ SSS ਥਿਊਰਮ ਕਹਿ ਲਓ ਜਾਂ ਸਭੇ ਸਿੱਧ ਕਹਿ ਲਓ ਜਾਂ ਮੂਲ ਧਾਰਨਾ ਕਹਿ ਲਓ, ਇਸ ਕਸੌਟੀ ਦੇ ਅਨੁਸਾਰ ਇਹ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ। ਇਸ ਲਈ ਬਾਏ SSS ਇਹ ਦੋਨੋਂ ਹੀ ਤਿਕੋਣਾ ਆਪਸ ਵਿੱਚ ਸਰਵੰਗ ਸਮ ਹਨ। ਤਿਕੋਣ AEC ਇਹ ਸਰਵੰਗ ਸਮ ਹੈ ਦੂਜੀ ਤਿਕੋਣ AED, ਦੋਨੋਂ ਹੀ ਤਿਕੋਣਾ ਆਪਸ ਵਿੱਚ ਸਰਵੰਗ ਸਮ ਹਨ। ਹੁਣ ਜੇਕਰ ਇਹ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ ਤਾਂ ਇਸ ਤੋਂ ਭਾਵ ਇਹ ਹੋਇਆ ਕਿ ਇਸ ਦੇ ਸੰਗਤ ਕੋਣਾਂ ਦਾ ਮਾਪ ਵੀ ਬਰਾਬਰ ਹੋਏਗਾ। ਭਾਵ ਕਿ ਇਹ ਕੋਣ ਕੋਣ CEA, ਇਸ ਤੋਂ ਭਾਵ ਇਹ ਹੋਇਆ ਕਿ ਕੋਣ CEA ਇਸ ਦਾ ਮਾਪ ਇਹ ਬਰਾਬਰ ਹੋਏਗਾ ਦੂਜਾ ਕੋਣ ਇਹ ਕੋਣ ਜਿਸ ਦਾ ਕਿ ਸੰਗਤ ਕੋਣ ਇਹ ਕੋਣ ਹੈ, ਕੋਣ DEA। ਹੁਣ ਕੋਣ DEA ਇਸ ਦਾ ਮਾਪ ਇਹ ਦੋਨੇ ਕੋਣ ਆਪਸ ਦੇ ਵਿੱਚ ਬਰਾਬਰ ਹੋਣਗੇ। ਹੁਣ ਅੱਗੇ ਅਸੀਂ ਇਹ ਵੀ ਦੇਖਦੇ ਹਾਂ ਕਿ ਦੋਨੋਂ ਹੀ ਕੋਣ ਆਪਸ ਵਿੱਚ ਸੰਪੂਰਕ ਕੋਣ ਹਨ, ਕਿਉਂਕਿ ਇਹ ਦੋਨੋਂ ਹੀ ਕੋਣ ਇਸ ਰੇਖਾਖੰਡ ਤੇ ਬਣੇ ਹੋਏ ਹਨ। ਦੇਖੋ ਇਸ ਰੇਖਾਖੰਡ ਤੇ ਬਣੇ ਹੋਏ ਹਨ, ਇਸ ਲਈ ਦੋਨੋਂ ਹੀ ਕੋਣ ਸੰਪੂਰਕ ਕੋਣ ਹਨ। ਸੰਪੂਰਕ ਕੋਣ ਤੋਂ ਭਾਵ ਕਿ ਦੋਨਾਂ ਕੋਣਾਂ ਦਾ ਜੋੜ 180 ਡਿਗਰੀ ਹੈ। ਤਾਂ ਅਸੀਂ ਇੱਥੇ ਲਿਖਦੇ ਹਾਂ ਕਿ ਕੋਣ CEA ਜਮਾ ਕੋਣ DEA ਇਹਨਾਂ ਦੋਨਾਂ ਦੇ ਮਾਪ ਦਾ ਜੋੜ ਇਹ ਬਰਾਬਰ ਹੈ 180 ਡਿਗਰੀ ਦੇ। ਦੋਨਾਂ ਕੋਣਾਂ ਦਾ ਮਾਪ 180 ਡਿਗਰੀ ਦੇ ਬਰਾਬਰ ਹੈ ਕਿਉਂਕਿ ਦੋਨੋਂ ਹੀ ਸੰਪੂਰਕ ਕੋਣ ਹਨ। ਤਾਂ ਹੁਣ ਅੱਗੇ ਸਾਨੂੰ ਇਹ ਵੀ ਪਤਾ ਹੈ ਕਿ ਜੋ ਇਹ ਕੋਣ ਹੈ ਕੋਣ DEA ਇਸ ਦਾ ਮਾਪ ਬਰਾਬਰ ਹੈ ਕੋਣ CEA ਦੇ। ਤਾਂ ਇਸ ਦੀ ਥਾਂ ਤੇ ਅਸੀਂ ਲਿਖ ਸਕਦੇ ਹਾਂ ਕੋਣ CEA। ਤਾਂ ਇਹ ਵੀ ਕੋਣ CEA ਹੈ, ਇਹ ਵੀ ਕੋਣ CEA ਹੈ, ਤਾਂ ਜੋੜ ਕਰਕੇ ਬਣ ਗਿਆ 2 ਕੋਣ CEA ਦਾ ਮਾਪ ਇਹ ਬਰਾਬਰ ਹੋ ਗਿਆ 180 ਡਿਗਰੀ। ਹੁਣ ਇੱਥੇ ਅਸੀਂ ਦੋਨੇ ਪਾਸੇ 2 ਨਾਲ ਭਾਗ ਕਰ ਦੇਵਾਂਗੇ ਤਾਂ ਇੱਥੇ 2 ਕੱਟ ਜਾਏਗਾ, ਇੱਥੇ ਰਹਿ ਜਾਏਗਾ ਕੋਣ CEA ਬਰਾਬਰ ਹੁਣ 180 ਨੂੰ 2 ਨਾਲ ਭਾਗ ਕਰਾਂਗੇ ਤਾਂ ਇੱਥੇ ਬਚ ਜਾਏਗਾ 90 ਡਿਗਰੀ। ਹੁਣ ਇਹ ਕੋਣ ਅੱਗੇ ਬਰਾਬਰ ਹੈ ਕੋਣ DEA ਦੇ, ਤਾਂ ਇਹ ਅੱਗੇ ਬਰਾਬਰ ਹੋ ਗਿਆ ਕੋਣ DEA। ਤਾਂ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਇਹ ਜੋ 2 ਕੋਣ ਹਨ ਇਹ ਦੋਨੋਂ ਹੀ ਕੋਣਾਂ ਦਾ ਮਾਪ 90 ਡਿਗਰੀ ਦੇ ਬਰਾਬਰ ਹੈ। ਦੋਨੋਂ ਹੀ ਕੋਣ 90 ਡਿਗਰੀ ਦੇ ਬਰਾਬਰ ਹਨ। ਤਾਂ ਇਸ ਤੋਂ ਭਾਵ ਇਹ ਹੋਇਆ ਕਿ ਜੋ ਰੇਖਾਖੰਡ AB ਹੈ ਅਤੇ ਰੇਖਾਖੰਡ CD ਹਨ ਇਹ ਦੋਨੋਂ ਹੀ ਆਪਸ ਦੇ ਵਿੱਚ ਲੰਬ ਹਨ। ਤਾਂ ਹੁਣ ਇੱਥੇ ਅਸੀਂ ਇਹੀ ਸਿੱਧ ਕਰਨਾ ਸੀ ਕਿ ਰੇਖਾਖੰਡ AB ਲੰਬ ਹੈ ਰੇਖਾਖੰਡ CD ਤੇ।